दोस्तों, मेरे प्यारिओ गुरसिखो, आप सब नूं अज दा दिन मुबारक होवे। बड़े भागां वाले वो इंसान हुंदे ने जो रब दी गल करदे ने ते रब दी सुणदे ने। अज दा इंसान दुखी क्यों आ? अज दा इंसान निक्की निक्की गल ते परेशान हो जांदा, लड़ पैंदा किसी दे नाल। घर दे विच ही निक्की निक्की गल ते कई दफ़ा बड़े बड़े फसाद खड़े हो जाते हैं। इसदा कारण की है? क्यों क्यों असी समझते नहीं निक्की निक्की गल नूं? जे मैं अपने घर की गल करां ते की ख्याल मेरे घर दे विच निक्की निक्की गल ते तू मैं नहीं हुंदी? की ख्याल आप जी दे घरां दे विच निक्की निक्की गल ते फसाद नहीं हुंदा, झगड़ा नहीं हुंदा? ये जो निक्की निक्की गल है ना दोस्तों, ये फसाद का कारण नहीं, ये झगड़े का कारण नहीं, ये समझण का कारण है। निक्की निक्कियां गल्लां नूं निक्कियां गल्लां नूं जे असीं समझण की कोशिश करिए, उन्हां दे पिछे हुंदा कख भी नहीं। उन्हां दे पिछे हुंदा कख भी नहीं। सिर्फ बंदे दा हंकार, बंदे दा अभिमान, बंदे दी ईगो उन्होंने नीवा नहीं होण दिंदी उस निक्की जी गल तो। वो है इन्नी क्या, पर इन्नी तो बंदा कहता मैं थले किदां आ जा, मैं इहदे नालों किदां नीवा हो जा। नहीं, मैं अपने आप नूं वड्डा रखना। हसबैंड वाइफ काम करदे आ, जे हसबैंड की छुट्टी आ घर दे विच बैठा तो उसकी वाइफ काम तो आउंदी आ, काम कर करके उहदे लई आउंदी जां कोई खाना वगैरह बना दिंदी है, वो सारी दिहाड़ी विहला बैठा घर विच। ते खाना बनाउण तो बाद, खाना खाण तो बाद वो इंसान, वो हसबैंड भांडे चक के सिंक दे विच रख दिंदा। ते कई हो सकदा इदां दे निल भी होण जिहड़े वो भांडे मूहरों चकदे ही नहीं। कई दफ़ा वो चाहुंदे आ भी मेरी घर वाली आके भांडे चक्के ते उही धोवे, उही सारा कुछ करे। इन्हां कई लोगों ने अपने घरां दे विच अपने प्यारिਆਂ ਨੂੰ ਨੀਵਾਂ ਬਣਾਇਆ ਹੈ। ਤਾਂ ਜੇ ਉਹ ਭਾਂਡੇ ਧੋਦਾ ਹੈ, ਇੰਨਾ ਐਪਰੀਸ਼ੀਏਟ ਕਰੇ ਵੀ ਉਹ ਕੰਮ ਤੋਂ ਆਈ ਆ, ਕੰਮ ਤੋਂ ਆ ਕੇ ਉਹਨੇ ਮਿਲੀ ਪ੍ਰਸ਼ਾਦਾ ਲਾ ਦਿੱਤਾ ਆ, ਪ੍ਰਸ਼ਾਦਾ ਛਕ ਲਿਆ, ਮੈਂ ਇੰਜੋਏ ਕੀਤਾ, ਤੇ ਮੈਨੂੰ ਉਹਦਾ ਥੈਂਕ ਯੂ ਕਰਨਾ ਚਾਹੀਦਾ। ਥੈਂਕ ਯੂ ਕਰਨ ਤੋਂ ਬਾਅਦ ਤੂੰ ਜੇ ਫਿਜ਼ੀਕਲੀ ਠੀਕ ਆ, ਕੋਈ ਪ੍ਰੋਬਲਮ ਨਹੀਂ ਹੈ ਭਾਂਡੇ ਧੋਣ ਤੱਕ, ਤਾਂ ਤੈਨੂੰ ਧੋ ਦੇਣੇ ਚਾਹੀਦੇ ਆ। ਇਹ ਨਿੱਕੀ ਜੀ ਗੱਲ ਹੈ। ਜੇ ਅਸੀਂ ਕੱਪੜੇ ਆਪਣੀਆਂ ਅਲਮਾਰੀਆਂ ਚੋਂ ਕੱਢ ਕੇ ਪਾਉਨੇ ਆ, ਪ੍ਰੈਸ ਕੀਤੇ, ਹੈਂਗਰ ਕੀਤੇ ਹੋ ਆ, ਤਾਂ ਜਦੋਂ ਕਿਤੇ ਜਾ ਆਉਂਦੇ ਆ ਅਸੀਂ ਬਾਹਰ, ਤੇ ਮੁੜ ਕੇ ਆ ਕੇ ਉਹ ਕੱਪੜੇ ਅਸੀਂ ਜੇ ਉਦਾਂ ਹੀ ਸੁੱਟ ਦਿੰਦੇ ਆ, ਅਲਮਾਰੀਆਂ 'ਚ ਬਰਾਬਰ ਟੰਗਦੇ ਨਹੀਂ, ਉਹਨਾਂ ਨੂੰ ਹੈਂਗ ਨਹੀਂ ਕਰਦੇ, ਤੇ ਫਿਰ ਨਿੱਕੀ ਜੀ ਗੱਲ ਤਾਂ ਵੱਡੀ ਬਣਨੀ ਆ ਦੋਸਤੋ। ਸਾਡਾ ਫਰਜ਼ ਬਣਦਾ ਕਿ ਅਸੀਂ ਸਮਝੀਏ ਇਸ ਗੱਲ ਨੂੰ, ਅਸੀਂ ਸਮਝੀਏ ਇਸ ਗੱਲ ਨੂੰ। ਨਿੱਕੀਆਂ ਨਿੱਕੀਆਂ ਗੱਲਾਂ ਘਰਾਂ ਦੇ ਵਿੱਚ ਸੁੱਖ ਪੈਦਾ ਕਰਦੀਆਂ ਨੇ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਲਾਕ ਤੱਕ ਹੋ ਜਾਂਦੇ ਨੇ। ਜੇ ਮੇਰਾ ਇੱਕ ਦੋਸਤ ਹੈ, ਮੈਂ ਉਸ ਦੀ ਗੱਲ ਕਰਨ ਲੱਗਾ, ਜੇ ਸਾਨੂੰ ਇਹ ਪਤਾ कि मेरा पार्टनर सिगरटां पींदा जां शराब पींदा, ब्याह तो पहलां दी गल मान लो करदे हैं, ते बड़ा उहनूं लिया के भी दऊगा वो इंसान उसनूं सिगरटां, उसनूं शराब भी पिलाउण दी कोशिश करेगा,
ਪਰ ਵਿਆਹ ਤੋਂ ਬਾਅਦ ਉਹੀ ਜਿਹੜੀਆਂ ਸਿਗਰਟਾਂ ਉਹ ਪੀਂਦਾ ਆ ਜਾਂ ਉਹ ਪੀਂਦੀ ਆ, ਉਹੀ ਇੱਕ ਨਿੱਕੀ ਜੀ ਗੱਲ ਵੱਡਾ ਇੱਕ ਇਸ਼ੂ ਬਣ ਜਾਂਦਾ ਵੀ ਹਾਂ ਤੂੰ ਹੁਣ ਸਿਗਰਟਾਂ ਕਿਉਂ, ਕੀ ਗੱਲ ਬਈ, ਪਹਿਲਾਂ ਕੀ ਸੀ, ਇੱਕ ਪੇਪਰ ਸਾਈਨ ਕਰਨ ਤੋਂ ਬਾਅਦ ਕੀ ਦੁਨੀਆ ਚੇਂਜ ਹੋ ਗਈ? ਪਹਿਲਾਂ ਵੀ ਉਹੀ ਜਨਾਨੀ ਸੀ ਜਾਂ ਉਹੀ ਉਹਦਾ ਮਰਦ ਸੀਗਾ? ਪਹਿਲਾਂ ਬੜਾ ਚੰਗਾ ਲੱਗਦਾ ਸੀ, ਹੁਣ ਨਹੀਂ ਚੰਗਾ ਲੱਗਦਾ, ਕਿਉਂ? ਇਹਦਾ ਕਾਰਨ ਕੀ ਆ? ਇਹੀ ਸਮਝਣਾ ਸੀ। ਸਾਡੀ ਸੁੱਖਾਂ ਦੀ ਜ਼ਿੰਦਗੀ ਮੇਰੇ ਵੀਰੋ ਘਰ ਤੋਂ ਹੀ ਸ਼ੁਰੂ ਹੁੰਦੀ ਆ। ਜਦੋਂ ਇੱਕ ਪਰਸਨ ਅੰਡਰਸਟੈਂਡ ਕਰਦਾ ਹੋਵੇ ਤੇ ਦੂਸਰਾ ਨਾ ਕਰਦਾ ਹੋਵੇ ਤਾਂ ਘਰ ਦੇ ਵਿੱਚ ਫਸਾਦ ਪੈਣੇ ਹੀ ਪੈਣੇ ਆ। ਉਹ ਅੱਜ ਪੈ ਜਾਣ, ਉਹ ਕੱਲ ਪੈ ਜਾਣ, ਉਹ ਪਰਸੋਂ ਨੂੰ ਪੈ ਜਾਣ, ਉਹ ਪੈਣੇ ਹੀ ਪੈਣੇ ਆ। ਜ਼ਿੰਦਗੀ ਕੰਪਰੋਮਾਈਜ਼ ਦਾ ਨਾਂ ਹੈ। ਜਿੱਥੇ ਕੰਪਰੋਮਾਈਜ਼ ਨਹੀਂ ਹੈਗਾ ਉੱਥੇ ਤੁਸੀਂ ਬੇਸ਼ੱਕ ਵਿਆਹ ਕੀਤਾ ਆ, ਬੇਸ਼ੱਕ ਵਿਆਹ ਨਹੀਂ ਕੀਤਾ, ਉੱਥੇ ਤੁਹਾਡੀ ਨਿਭਣੀ ਨਹੀਂ ਹੈ। ਬੇਸ਼ੱਕ ਉਹ ਤੁਸੀਂ ਬੌਸ ਆ, ਤੁਹਾਡਾ ਵਰਕਰ ਆ, ਹਸਬੈਂਡ ਵਾਈਫ ਆ, ਭੈਣ ਭਰਾ ਆ, ਰਿਸ਼ਤੇਦਾਰੀ ਆ, ਜਾਂ ਕਿਤੇ ਵੀ ਦੋਸਤੀ ਆ ਤੁਹਾਡੀ, ਜਿੱਥੇ ਤੁਸੀਂ ਅੰਡਰਸਟੈਂਡ ਨਹੀਂ ਕਰਦੇ ਕਿਸੇ ਗੱਲ ਨੂੰ। ਹੁਣ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਵਾਂ। ਮੇਰਾ ਦੋਸਤ ਹੈ, ਉਹ ਕਾਰਪੈਂਟਰ ਹੈ। ਮੈਨੂੰ ਇੱਕ ਦਫਾ ਉਹਦੀ ਲੋੜ ਪਈ, ਕੋਈ ਜ਼ਰੂਰੀ ਕੰਮ ਸੀ। ਮੈਂ ਉਸਨੂੰ ਫੋਨ ਕੀਤਾ, ਮੈਂ ਕਿਹਾ ਵੀ ਰਣਜੀਤ ਸਿੰਘ ਵੀ ਯਾਰ ਆਹ ਥੋੜਾ ਜਿਹਾ ਆਪਾਂ ਕੰਮ ਕਰਨਾ ਤੇ ਧਿਆਨ ਰੱਖੀ ਮਾੜਾ, ਜਦੋਂ ਤੇਰੇ ਕੋਲ ਟਾਈਮ ਹੋਇਆ ਆਪਾਂ ਉਦੋਂ ਇਹ ਕੰਮ ਕਰਨਾ ਹੈ। ਉਹ ਮੈਨੂੰ ਕਹਿੰਦਾ ਵੀ ਉਹ ਹੋ ਸਕਦਾ ਜਿਸ ਟਾਈਮ ਮੈਂ ਉਸ ਨਾਲ ਗੱਲ ਕੀਤੀ ਹੋਵੇ, ਇਹ ਹੋ ਸਕਦਾ ਕਿ ਉਹ ਬਿਜ਼ੀ ਹੋਵੇ, ਹੋ ਸਕਦਾ ਉਹ ਆਪਣੇ ਕਿਸੇ ਕਸਟਮਰ ਦੇ ਨਾਲ ਡੀਲ ਕਰਦਾ ਹੋਵੇ, ਹੋ ਸਕਦਾ ਜਿਸ ਕਸਟਮਰ ਦੇ ਨਾਲ ਉਹ ਡੀਲ ਕਰਦਾ ਹੈ ਉਹ ਕਸਟਮਰ ਥੋੜਾ ਉਸਨੂੰ ਕਹਿ ਰਿਹਾ ਹੋਵੇ ਕਿ ਮੈਂ ਤੇਰੇ ਕੰਮ ਤੋਂ, ਮੈਂ ਤੇਰੀ ਜੌਬ ਤੋਂ ਖੁਸ਼ ਨਹੀਂ ਹਾਂ। ਤੇ ਰਣਜੀਤ ਸਿੰਘ ਨੇ ਉਸ ਵੇਲੇ ਜੇ ਮੇਰਾ ਫੋਨ ਆਨਸਰ ਕਰ ਲਿਆ, ਪਰ ਮੈਨੂੰ ਫੋਨ ਦੇ ਵਿੱਚ ਪਤਾ ਨਹੀਂ ਲੱਗਦਾ ਉਹਦੀ ਸਿਚੁਏਸ਼ਨ ਕੀ ਆ, ਉਹ ਕਿਸ ਹਾਲਾਤ ਦੇ ਵਿੱਚ ਦੀ ਗੁਜ਼ਰ ਰਿਹਾ ਉਸ ਟਾਈਮ ਤੇ। ਹੋ ਸਕਦਾ ਕੋਈ ਘਰ ਵਿੱਚ ਕੋਈ ਪ੍ਰੋਬਲਮ ਹੋਈ ਹੋਵੇ, ਉਹਦੇ ਕਰਕੇ ਥੋੜਾ ਅਪਸੈਟ ਹੋਵੇ। ਹੋ ਸਕਦਾ ਕੋਈ ਵੀ ਪ੍ਰੋਬਲਮ ਹੋਵੇ, ਥੋੜਾ ਉਹਦਾ ਮਨ ਜਿਹੜਾ ਆ ਪਰੇਸ਼ਾਨ ਹੋਵੇ। ਤਾਂ ਉਸਨੇ ਮੈਨੂੰ ਕਿਹਾ ਕਿ ਦਵਿੰਦਰ ਸਿੰਘ ਬਈ 2-3 ਹਫ਼ਤੇ ਦਾ ਮੈਂ ਬਹੁਤ ਬਿਜ਼ੀ ਹਾਂ, ਤਾਂ ਫਿਰ ਜੇ ਟਾਈਮ ਮਿਲਿਆ ਤਾਂ ਮੈਂ ਕਰ ਦੂੰਗਾ। ਉਸਨੇ ਮੈਨੂੰ ਨਾ ਨਹੀਂ ਕੀਤੀ, ਉਸਨੇ ਮੈਨੂੰ ਰੂਡ ਨਹੀਂ ਬੋਲਿਆ, ਉਸਨੇ ਸਿਰਫ ਇਹ ਗੱਲ ਕਹੀ ਵੀ 2-3 ਹਫ਼ਤੇ ਮੈਂ ਬਿਜ਼ੀ ਹਾਂ। ਹੁਣ ਦੋਸਤੋ, ਉਸਨੇ ਪਾਸਟ ਦੇ ਵਿੱਚ ਜਿੱਥੇ ਮੈਂ ਰਹਿਣਾ, ਜਿਸ ਘਰ ਨੂੰ ਦਿੱਤਾ ਹੈ ਮੇਰੇ ਸਤਿਗੁਰ ਨੇ ਰਹਿਣ ਵਾਸਤੇ, ਮੇਰਾ ਤਾਂ ਮੈਂ ਨਹੀਂ ਕਹਿ ਸਕਦਾ, ਕਿਉਂਕਿ ਇਹ ਵਰਤਣ ਨੂੰ ਦਿੱਤਾ ਹੈ, ਗਿਫਟ ਆ, ਜਦੋਂ ਮਰਜ਼ੀ ਲੈ ਸਕਦਾ ਹੈ ਮੇਰਾ ਮਾਲਕ। ਇਸ ਘਰ ਦੇ ਵਿੱਚ ਇਸਨੇ ਬੜੇ ਕੰਮ ਕੀਤੇ, ਖਿੜਕੀਆਂ, ਦਰਵਾਜ਼ੇ, ਅਲਮਾਰੀਆਂ, ਕਿਚਨ, ਬਹੁਤ ਕੁਛ ਫਿੱਟ ਕੀਤਾ। ਹੋਰ ਜਿੱਥੋਂ ਵੀ ਪਹਿਲਾਂ ਮੈਂ ਆਇਆ ਉੱਥੇ ਵੀ ਬਹੁਤ ਕੁਛ ਕੰਮ ਕੀਤਾ। ਜਾਣੀ ਕਿ ਤਕਰੀਬਨ ਮੇਰੀ ਜ਼ਿੰਦਗੀ ਦੇ ਵਿੱਚ ਇਹਦਾ ਬਹੁਤ ਵਧੀਆ ਰੋਲ ਆ। ਇਸ ਕਰਕੇ ਨਹੀਂ ਕਿ ਉਹ ਮੇਰੇ ਕੰਮ ਕਰਦਾ, ਇਸ ਕਰਕੇ ਵੀ ਨਹੀਂ ਕਿ ਮੈਂ ਉਹਨੂੰ ਜਾਂ ਉਹਦੀ ਪ੍ਰੋਪਰ ਉਹਦੀ ਲੇਬਰ ਨਹੀਂ ਦਿੰਦਾ, ਜਾਂ ਉਹਦਾ ਨਹੀਂ, ਸਾਰਾ ਕੁਛ ਸੈੱਟ ਆ। ਕੋਈ ਫੇਵਰ ਨਹੀਂ ਹੈ ਮੇਰੇ ਵਾਸਤੇ ਜਾਂ ਮੈਂ ਉਹਦੇ ਵਾਸਤੇ ਕੋਈ ਕਰਦਾ। ਸਾਡੀ ਦੋਸਤੀ ਬੜੀ ਵਧੀਆ ਆ। ਪੈਸਾ ਇਹਦੇ ਵਿੱਚ ਨਹੀਂ ਆਉਂਦਾ ਵੀ ਨਾ ਉਹਦੇ ਕੋਲ ਮੈਂ ਫ੍ਰੀ ਕੰਮ ਕਰਵਾਉਣਾ, ਨਾ ਉਹ ਮੇਰੇ ਲਈ ਫ੍ਰੀ ਕਰਦਾ। ਪਰ ਇੱਥੇ ਅੰਡਰਸਟੈਂਡ ਕਰਨ ਵਾਲੀ ਗੱਲ ਇਹ ਦੋਸਤੋ, ਜਦੋਂ ਨਾ ਕਦੀ ਤੁਹਾਡੇ ਕਿਸੇ ਵੀ ਬੰਦੇ ਨੇ ਬਹੁਤ ਕੰਮ ਕੀਤੇ ਹੋਣ ਤੇ ਕਿਸੇ ਕਾਰਨ ਉਹ ਨਾ ਕਰ ਸਕੇ, ਅਪਸੈਟ ਨਾ ਹੋਇਆ ਕਰੋ। ਇਹ ਐਪਰੀਸ਼ੀਏਟ ਕਰਿਆ ਕਰੋ ਕਿ ਪਾਸਟ ਦੇ ਵਿੱਚ ਇਹਨੇ ਮੈਨੂੰ ਕਦੀ ਨਾ ਨਹੀਂ ਕੀਤੀ, ਇਹਨੇ ਹਮੇਸ਼ਾ ਨੱਠ ਭੱਜ ਕਰਕੇ ਮੇਰਾ ਕੰਮ ਕੀਤਾ। ਤੇ ਜੇ ਇਹਨੇ ਮੈਨੂੰ ਹੁਣ ਮਾੜਾ ਜਿਹਾ ਨਾ ਤਾਂ ਕੀਤੀ ਨਹੀਂ, ਜੇ ਡਿਲੇ ਕਹਿ ਦਿੱਤਾ ਤਾਂ ਮੈਂ ਉੱਥੇ ਲੜ ਪਵਾਂ, ਉਹ ਤੇ ਗੁੱਸਾ ਕਰ ਜਾਂ। ਇਹ ਬੰਦੇ ਦੀ ਬਹੁਤ ਵੱਡੀ ਇੱਕ ਅਗਿਆਨਤਾ ਆ, ਮੂਰਖਤਾ ਜਿਹਨੂੰ ਕਹਿ ਸਕਦੇ ਹਾਂ। ਸਮਝਣਾ ਬੜਾ ਜ਼ਰੂਰੀ ਹੈ ਦੂਸਰੇ ਪਰਸਨ ਨੂੰ ਵੀ। ਜੇ ਹੁਣ ਮੇਰਾ ਕੰਮ ਵਾਲ ਕੱਟਣਾ ਹੈ,
ਹੁਣ ਮੈਨੂੰ ਲੋਕਡਾਊਨ ਦੇ ਵਿੱਚ ਬਹੁਤ ਲੋਕੀ ਫੇਸਬੁੱਕ ਪੇਜ ਤੇ ਮੈਨੂੰ ਮੈਸੇਜ ਕਰਦੇ ਆ, WhatsApp ਤੇ ਮੈਸੇਜ ਕਰਦੇ ਆ, ਐਪ ਡਾਊਨਲੋਡ ਕੀਤਾ ਆ ਉਸ ਦੇ ਥਰੂ ਬੁਕਿੰਗ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਸ਼ਾਪ ਵਿੱਚ ਮੈਂ ਕਈ ਦਫਾ ਜਾਂਦਾ ਸਪਾਈਸ ਵੀਕਾਂ ਜਾਂ ਕੋਈ ਕੰਮ ਹੁੰਦਾ, ਉੱਥੇ ਫੋਨ ਖੜਕਦਾ ਰਹਿੰਦਾ, ਮੈਂ ਚੱਕਦਾ ਨਹੀਂ ਨਾ ਮੈਂ ਕੋਈ ਆਨਸਰ ਕਰਦਾ। ਕੀ ਹੋਇਆ, ਇੱਥੇ ਹੀ ਘਰ ਦੇ ਵਿੱਚ ਹੀ, ਮੈਂ ਨਾਂ ਤਾਂ ਨਹੀਂ ਲੈਣਾ, ਮੈਨੂੰ ਪੁੱਛਿਆ ਗਿਆ ਕਿ ਦਵਿੰਦਰ ਮੇਰੇ ਵਾਲ ਕੱਟ ਦੇ। ਮੈਂ ਕਿਹਾ ਵੀ ਹੁਣ ਨਹੀਂ ਕੱਟ ਹੋਣੇ, ਮੈਂ ਕੱਟ ਸਕਦਾ ਸੀ, ਸ਼ਾਪ ਤੇ ਜਾ ਕੇ ਵੀ ਸ਼ਟਰ ਬੰਦ ਕਰਕੇ ਮੈਂ ਕੱਟ ਸਕਦਾ ਸੀ, ਪਰ ਉਹ ਨਹੀਂ ਕੱਟ ਹੋਣੇ ਕਿਉਂਕਿ ਉੱਥੇ ਸਮਾਨ ਸਮੂਨ ਰੱਖਤਾ ਸੀ, ਥੋੜਾ ਬਿਲਡਿੰਗ ਦਾ ਕੰਮ ਕਰਨ ਲੱਗੇ ਆ, ਛੱਤ ਛੁੱਤ ਪਾਉਣੀ ਆ, ਪਲਾਈਆਂ ਵਗੈਰਾ ਕਾਫੀ ਉੱਥੇ ਭਰ ਗਿਆ। ਤੇ ਜੀ ਉਹ ਬੰਦਾ ਅਪਸੈਟ ਹੋ ਗਿਆ। ਹਾਲਾਂਕਿ ਮੈਂ ਉਹਦੇ ਜਦੋਂ ਵੀ ਉਹਦਾ ਵਾਲ ਕੱਟਦਾ ਮੈਂ ਪੈਸੇ ਵੀ ਨਹੀਂ ਲੈਂਦਾ, ਰਸਦਾ ਰਿਹਾ। ਸਮਝਣ ਵਾਲੀ ਗੱਲ ਦੋਸਤੋ ਇਹ ਆ, ਬੰਦਾ ਐਪਰੀਸ਼ੀਏਟ ਨਹੀਂ ਕਰਦਾ ਵੀ ਇਹਨੇ ਮੈਨੂੰ ਕਦੀ ਨਾ ਨਹੀਂ ਕੀਤੀ, ਪਰ ਅੱਜ ਜੇ ਨਾ ਕਰ ਰਿਹਾ ਇਹਦਾ ਕੋਈ ਕਾਰਨ ਆ। ਬੰਦਾ ਕਾਰਨ ਨੂੰ ਨਹੀਂ ਫੜਦਾ, ਬੰਦਾ ਅਪਸੈਟ ਹੋ ਜਾਂਦਾ। ਜ਼ਿੰਦਗੀ ਦੇ ਵਿੱਚ ਜੇ ਬੰਦਾ ਕਾਰਨ ਨੂੰ ਫੜੇ ਨਾ ਤੇ ਮੇਰੇ ਹਿਸਾਬ ਨਾਲ ਬਹੁਤ ਸੌਖੀ ਜ਼ਿੰਦਗੀ ਹੋ ਜਾਂਦੀ ਬੰਦੇ ਦੀ। ਤੇ ਨਾਲ ਨਾਲ ਮੈਂ ਇਹ ਵੀ ਦੱਸਦਾ ਜਾਵਾਂ, ਜਦੋਂ ਅਸੀਂ ਨਿੱਕੀ ਨਿੱਕੀ ਗੱਲ ਤੇ ਲੜਾਈ ਝਗੜੇ ਕਰਦੇ ਆ ਨਾ, ਤੇ ਨਿੱਕੀ ਨਿੱਕੀ ਗੱਲ ਤੋਂ ਹੀ ਅਸੀਂ ਆਪਣੀ ਜ਼ਿੰਦਗੀ ਵਧੀਆ ਬਣਾਉਂਦੇ ਆ। ਉਹਦੇ ਵਿੱਚ ਦੋ ਤਰ੍ਹਾਂ ਦੇ ਬੰਦਿਆਂ ਦਾ ਸੋਚ ਦਾ ਕੰਮ ਹੁੰਦਾ ਆ। ਇੱਕ ਜਿਹੜੀ ਸੋਚ ਆ ਉਹ ਨੈਰੋ ਮਾਈਂਡਡ ਆ, ਬੰਦਾ ਅਪਸੈਟ ਹੋ ਜਾਂਦਾ ਨਿੱਕੀ ਜੀ ਗੱਲ ਤੇ, ਮੇਰੇ ਨਾਲ ਆਹ ਕਿਉਂ ਨਹੀਂ ਹੋਇਆ, ਮੇਰਾ ਆਹ ਕੰਮ ਕਿਉਂ ਨਹੀਂ ਕੀਤਾ, ਜਾਂ ਮੈਂ ਆਹ ਕੰਮ ਨਹੀਂ ਕਰਨਾ, ਜਾਂ ਮੇਰੇ ਇਹ ਸ਼ਾਨ ਦੇ ਖਿਲਾਫ ਹੈ ਜੀ ਇਹ ਨਿੱਕੀ ਜੀ, ਮੈਂ ਇੱਦਾਂ ਨਹੀਂ ਕਰ ਸਕਦਾ। ਦੂਸਰੇ ਪਾਸੇ ਜਿਹੜੀ ਸੋਚ ਆ ਉਹ ਬਹੁਤ ਵਡਮੁੱਲੀ ਸੋਚ ਆ। ਉਸ ਬੰਦੇ ਨੇ ਆਪਣੇ ਆਪ ਨੂੰ ਵਧੀਆ ਸੋਚ ਰੱਖਣ ਵਾਲੇ ਨੇ, ਜਿਹੜਾ ਅੰਡਰਸਟੈਂਡ ਕਰਦਾ, ਐਪਰੀਸ਼ੀਏਟ ਕਰਦਾ ਕਿ ਮੈਨੂੰ ਇਹਨੇ ਕਦੀ ਨਾ ਨਹੀਂ ਕੀਤੀ ਪਹਿਲਾਂ, ਤੇ ਹੁਣ ਜੇ ਨਾ ਕਰ ਦਿੱਤੀ ਆ ਤੇ ਕੋਈ ਕਾਰਨ ਹੋਏਗਾ, ਕੋਈ ਗੱਲ ਨਹੀਂ ਹੈ ਨਾ। ਉਹ ਵਡਮੁੱਲੀ ਸੋਚ ਰੱਖਣ ਵਾਲਾ ਬੰਦਾ ਬਹੁਤ ਤਰੱਕੀਆਂ ਕਰਦਾ। ਗੁਰਬਾਣੀ ਦੇ ਵਿੱਚ ਇੱਕ ਲਾਈਨ ਆਉਂਦੀ ਏ, ਮੈਂ ਕਈ ਦਫਾ ਉਹ ਕਿਤੇ ਗੱਡੀ ਚਲਾਉਂਦਾ ਹੋਵਾਂ ਜਾਂ ਮੈਂ ਕਿਤੇ ਪਾਰਕ ਦੇ ਵਿੱਚ ਸੈਰ ਵਗੈਰਾ ਕਰਦਾ ਹੋਵਾਂ, ਤੇ ਮੈਂ ਅਕਸਰ ਗੁਰਬਾਣੀ ਕੀਰਤਨ ਜਾਂ ਗੁਰਬਾਣੀ ਵਿਚਾਰ ਜਾਂ ਕੋਈ ਕਥਾ ਵਗੈਰਾ ਜਾਂ ਜਿੱਥੋਂ ਕੁਝ ਸਿੱਖਣ ਨੂੰ ਮਿਲੇ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ। ਇਹ ਜ਼ਰੂਰੀ ਨਹੀਂ ਕਿ ਮੈਂ ਨਿਰੰਕਾਰੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦਾ ਤਾਂ ਮੈਂ ਉਹਨਾਂ ਦੀਆਂ ਹੀ ਵਿਚਾਰਾਂ ਸੁਣਨੀਆਂ ਜਾਂ ਮੈਂ ਉਹਨਾਂ ਦੇ ਹੀ ਅਵਤਾਰ ਬਾਣੀ ਜਾਂ ਉਹਨਾਂ ਦੇ ਸਕ੍ਰਿਪਚਰਸ ਪੜ੍ਹਨੇ, ਇਹ ਜ਼ਰੂਰੀ ਨਹੀਂ ਹੁੰਦਾ। ਤੁਸੀਂ ਸਿੱਖਣਾ ਹੋਵੇ ਤੁਸੀਂ ਕਿਤੋਂ ਵੀ ਸਿੱਖ ਸਕਦੇ ਆ। ਜੇ ਮੇਰੇ ਕੋਲ ਨੌਲੇਜ ਹੋਵੇ ਤਾਂ ਮੈਂ ਚਾਈਨੀਜ਼ ਲੈਂਗੁਏਜ ਵਿੱਚ ਵੀ ਪੜ੍ਹਨ ਦੀ ਕੋਸ਼ਿਸ਼ ਕਰੂੰਗਾ, ਪਰ ਮੇਰੇ ਕੋਲ ਨੌਲੇਜ ਹੈ ਨਹੀਂ। ਜੇ ਮੇਰੇ ਕੋ ਉਰਦੂ ਪੜ੍ਹਨ ਦੀ ਕੋਈ ਜਾਂਚ ਹੋਵੇ ਤਾਂ ਮੈਂ ਕੁਰਾਨੇ ਪਾਕ ਵੀ ਪੜ੍ਹ ਸਕਦਾ। ਹਾਲਾਂਕਿ ਕੁਰਾਨੇ ਪਾਕ ਮੇਰੇ ਕੋਲ ਪਈ ਹੈ ਹਿੰਦੀ ਦੇ ਵਿੱਚ, ਸ਼ੌਪ ਤੇ ਪਈ ਹੈ, ਮੈਂ ਪੜ੍ਹਦਾ ਹੁੰਦਾ ਕਈ ਦਫਾ। ਕਹਿਣ ਦਾ ਮਤਲਬ ਇਹ ਹੈ ਦੋਸਤੋ, ਜਿੱਥੋਂ ਤੁਹਾਨੂੰ ਕੁਝ ਸਿੱਖਣ ਨੂੰ ਕੋਈ ਚੀਜ਼ ਮਿਲੇ, ਇਹ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਜੀ ਇਸ ਧਰਮ ਦੇ ਨਾਲ, ਮੈਂ ਜੀ ਇਸ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦਾ ਤਾਂ ਮੈਂ ਇਹਨਾਂ ਦਾ ਹੀ ਸੁਣਨਾ ਆ। ਨਹੀਂ, ਇੱਥੇ ਬਹੁਤ ਵੱਡੀ ਅਸੀਂ ਗਲਤੀ ਕਰ ਜਾਂਦੇ। ਸਿੱਖਣ ਨੂੰ ਤੁਸੀਂ ਜਿੱਥੋਂ ਮਰਜ਼ੀ ਸਿੱਖ ਸਕਦੇ ਆ, ਠੀਕ ਹੈ। ਸਾਡੇ ਕੋਲ ਸਾਨੂੰ ਦਿਮਾਗ ਦਿੱਤਾ ਰੱਬ ਨੇ। ਬਾਹਰ ਹੋਕਾ ਭਾਈ ਦੇ ਰਿਹਾ, ਆਲੂ ਲੈ ਲਓ, ਬਤਾਊ ਲੈ ਲਓ, ਗਾਜਰਾਂ ਲੈ ਲਓ, ਇਹ ਲੈ ਲਓ, ਉਹ ਲੈ ਲਓ। ਇਹ ਸਾਡੇ ਤੇ ਡਿਪੈਂਡ ਕਰਦਾ ਅਸੀਂ ਲੈਣਾ ਕੀ ਉਹਦੇ ਕੋਲੋਂ। ਅਸੀਂ ਉਹਦੇ ਕੋਲੋਂ ਲੈਣਾ ਕੀ ਆ। ਅਸੀਂ ਇਹ ਦੇਖਦੇ ਆ ਉਹ ਭਾਈ ਜਿਹੜਾ ਉਹ ਸਬਜ਼ੀ ਵੇਚ ਰਿਹਾ ਆ ਉਹ ਕਿੰਨਾ ਕੁ ਸੋਹਣਾ ਸੁਨੱਖਾ, ਅਸੀਂ ਇਹ ਦੇਖ ਰਹੇ ਆ, ਜਾਂ ਉਹਦੀ ਕਿੰਨੀ ਸੋਹਣੀ ਸਬਜ਼ੀ ਵੇਚ ਰਿਹਾ ਆ। ਮੈਂ ਇਹ ਦੇਖਾਂ ਭਾਈ ਦਾ ਕੱਦ ਛੋਟਾ ਆ, ਕੱਦ ਲੰਬਾ ਆ,
ਜਾਂ ਮੈਂ ਇਹ ਦੇਖਾਂ ਇਹ ਭਾਈ ਨੇ ਕੱਪੜੇ ਕਿੱਦਾਂ ਦੇ ਪਾਏ ਆ, ਚੰਗੇ ਪਾਏ ਆ, ਮੰਦੇ ਪਾਏ ਆ, ਗੰਦੇ ਪਾਏ ਆ, ਸਾਫ਼ ਪਾਏ ਆ, ਜਾਂ ਮੈਂ ਇਹ ਦੇਖਾਂ ਭਾਈ ਜੋ ਮੈਨੂੰ ਦੇ ਰਿਹਾ ਉਹ ਚੰਗਾ ਹੈ ਮੇਰੇ ਲਈ, ਉਹ ਹੈਲਥੀ ਹੈ ਮੇਰੇ ਲਈ, ਜਾਂ ਮੈਂ ਉਹਦੇ ਬੋਡੀ ਦਾ ਸਟਰਕਚਰ ਦੇਖਾਂ, ਉਹਦੀ ਬੋਡੀ ਦੀ ਡਿਸਕ੍ਰਿਪਸ਼ਨਸ ਦੇਖਾਂ ਵੀ ਇਹ ਬੰਦਾ ਕਿੱਦਾਂ ਦਾ ਦੇਖਣ ਨੂੰ ਦਿਖ ਰਿਹਾ। ਇੱਥੇ ਅਸੀਂ ਬਹੁਤ ਵੱਡੇ ਵਹਿਮਾਂ ਭਰਮਾਂ 'ਚ ਫਸ ਜਾਂਦੇ ਹਾਂ। ਇੱਦਾਂ ਨਾ ਦੇਖਿਆ ਕਰੀਏ। ਦੇਖਣਾ ਅਸੀਂ ਹੁੰਦਾ ਵੀ ਮੈਂ ਸਿੱਖਣਾ ਕਿੱਥੋਂ ਆ, ਮੈਨੂੰ ਚੰਗੀ ਚੀਜ਼ ਕਿੱਥੋਂ ਮਿਲਦੀ ਆ। ਗੱਲ ਗਾਂਹ ਵਧਾਉਣ ਤੋਂ ਪਹਿਲਾਂ ਇੱਕ ਮੈਂ ਗੱਲ ਆਪ ਜੀ ਨਾਲ ਜ਼ਰੂਰ ਸਾਂਝੀ ਕਰਾਂ। ਇੱਕ ਦਫਾ ਮੈਂ ਕਿਸੇ ਇੱਥੇ ਚਿਪਸ ਲੈਣ ਗਿਆ ਸ਼ਾਪ ਤੋਂ। ਚਿਪਸ ਲੈਣ ਗਿਆ, ਬਰਮਿੰਘਮ ਦੀ ਗੱਲ ਹੈ। ਤਾਂ ਜਦੋਂ ਨਾ ਉਹ ਬੰਦਾ ਚਿਪਸ ਪਾਵੇ, ਉਹਦੇ ਚਿਪਸ ਬੜੇ ਵਧੀਆ ਜਾਣੀ ਕਿ ਤੁਸੀਂ ਯਕੀਨ ਨਹੀਂ ਕਰਨਾ। ਮੈਂ ਵੁਲਵਰਹੈਂਪਟਨ ਦੇ ਵਿੱਚ ਰਹਿਣਾ। ਵੁਲਵਰਹੈਂਪਟਨ ਤੋਂ ਬਰਮਿੰਘਮ ਦਾ ਜਿਹੜਾ ਸਫ਼ਰ ਆ ਉਹ ਗੱਡੀ ਦੇ ਵਿੱਚ ਉਸ ਸ਼ਾਪ ਤੱਕ, ਮੇਰੇ ਘਰ ਤੋਂ ਉਸ ਸ਼ਾਪ ਤੱਕ, ਜੇ ਮੈਂ ਆਰਾਮ ਨਾਲ ਲਿਮਿਟ ਸਪੀਡ ਦੇ ਨਾਲ ਗੱਡੀ ਚਲਾਵਾਂ, ਤੁਸੀਂ 25 ਕੁ ਮਿੰਟ ਰੱਖ ਲਓ, ਖੁੱਲਾ ਡੁੱਲਾ ਅੱਧਾ ਘੰਟਾ ਰੱਖ ਲਓ ਤੁਸੀਂ। ਟ੍ਰੈਫਿਕ ਆ ਜਾਂਦਾ, ਟ੍ਰੈਫਿਕ ਲਾਈਟਸ ਆ ਜਾਂਦੀਆਂ, ਜਾਂ ਸਪੀਡ ਲਿਮਿਟ ਆ ਜਾਂਦੀ ਆ, ਕਈ ਕੁਛ ਹੀ ਦੇਖਦੇ ਦਿਖਾਉਂਦੇ ਆਪਾਂ ਜੇ ਵਰਕਆਊਟ ਕਰੀਏ ਅੱਧਾ ਘੰਟਾ ਸਾਨੂੰ ਉਸ ਸ਼ਾਪ ਤੱਕ ਲੱਗ ਜਾਂਦਾ। ਇਹ ਮੈਂ ਗੱਲ ਅੱਜ ਤੋਂ ਤਕਰੀਬਨ 16-17 ਸਾਲ ਪਹਿਲਾਂ ਦੀ ਗੱਲ ਕਰ ਰਿਹਾ। ਤੇ 16-17 ਸਾਲ ਪਹਿਲਾਂ ਮੈਂ ਨਿਰੰਕਾਰੀ ਵਿਚਾਰਧਾਰਾ ਦੇ ਨਾਲ ਨਹੀਂ ਜੁੜਿਆ ਸੀ। ਤੁਸੀਂ ਇਹ ਸਮਝ ਸਕਦੇ ਆ ਕਿ ਉਸ ਟਾਈਮ ਤੇ ਮੇਰੀ ਵਿਚਾਰਧਾਰਾ ਕਿੱਦਾਂ ਦੀ ਹੋਏਗੀ। ਦੁਨਿਆਵੀ ਕੰਮਾਂ 'ਚ ਫਸੇ ਸੀ, ਦੁਨਿਆਵੀ ਚੀਜ਼ਾਂ 'ਚ ਫਸੇ ਸੀ, ਮਟੀਰੀਅਲ ਚੀਜ਼ਾਂ ਨੂੰ ਬੜਾ ਪਿਆਰ ਕਰਦੇ ਸੀ, ਨੱਠ ਭੱਜ ਬੜੀ ਸੀ, ਪੈਸਾ 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 ਪੈਸਾ, ਬੜਾ ਫਤੂਰ ਸੀ ਦਿਮਾਗ ਤੇ। ਦਿਨ ਰਾਤੋਂ ਰਾਤ ਅਸੀਂ ਕਿਤੇ ਕਿਤੇ ਪਹੁੰਚ ਜਾਈਏ। ਖੈਰ, ਜਦੋਂ ਮੈਂ ਉਸ ਦੁਕਾਨ ਤੇ ਜਾਂਦਾ ਸੀ ਤੇ ਉਹ ਚਿਪਸ ਵਗੈਰਾ ਲੈਣੇ ਜੋ ਨਿਆਣਿਆਂ ਨੇ ਖਾਣਾ, ਜੋ ਮੈਂ ਖਾਣਾ ਲੈਣਾ, ਕਿਉਂਕਿ ਇੱਥੇ ਇੱਕ ਰਿਵਾਜ, ਇੱਕ ਟ੍ਰੈਡੀਸ਼ਨ ਆ ਲੋਕਾਂ ਦਾ, ਗੋਰਿਆਂ ਦਾ, ਕਿ ਫਰਾਈਡੇ ਉਹ ਬਾਹਰੋਂ ਖਾਂਦੇ ਨੇ। ਫਿਸ਼ ਐਂਡ ਚਿਪਸ ਹੋਇਆ, ਜਿੱਦਾਂ ਮੱਛੀ ਸ਼ੋਪਾ ਕਹਿ ਦਿੰਦੇ ਆਪਾਂ, ਜਾਂ ਕੁਛ ਵੀ ਧਿਆਨ ਜਿੱਦਾਂ ਕਿਸ ਤਰ੍ਹਾਂ ਵੀ ਖਾਣ ਨੂੰ ਕਰਦਾ ਉਹ ਖਾਂਦੇ ਨੇ। ਤੇ ਉਹ ਕੀ ਹੋਇਆ, ਉਹ ਜਿਹੜਾ ਕਾਫੀ ਚਿਰ ਦਾ ਮੈਂ ਉੱਥੇ ਜਾਂਦਾ ਸੀ, ਤਾਂ ਉਹ ਸ਼ਾਪ ਵਾਲਾ ਉਹ ਸ਼ਾਪ ਵੇਚ ਕੇ ਕਿਸੇ ਹੋਰ ਨੂੰ, ਮਤਲਬ ਸ਼ਾਪ ਵੇਚ ਗਿਆ, ਕਿਸੇ ਹੋਰ ਨੇ ਲੈ ਲਈ। ਉਹ ਸ਼ਾਪ ਦਾ ਨਾਮ ਸੀ ਪੰਜਾਬ ਫਿਸ਼ ਐਂਡ ਚਿਪ ਸ਼ਾਪ। ਤਾਂ ਚਿਪਸ ਬੜੇ ਸੋਹਣੇ ਬਣਾਉਂਦਾ ਸੀ, ਉਹ ਚਲੇ ਗਿਆ। ਉੱਥੇ ਕੋਈ ਹੋਰ ਬੰਦਾ ਆ ਗਿਆ, ਮੈਨੂੰ ਨਹੀਂ ਪਤਾ ਸੀ। ਮੈਂ ਕਿਉਂਕਿ ਇੱਦਾਂ ਦਿਹਾੜੀ ਵਿੱਚ ਪਤਾ ਨਹੀਂ ਕਿੰਨੇ ਕਸਟਮਰ ਆਉਂਦੇ ਆ, ਕਈ ਦਫਾ ਦੁਕਾਨਦਾਰ ਨੂੰ ਨਹੀਂ ਪਤਾ ਹੁੰਦਾ ਭਾਈ ਤੂੰ ਮੇਰਾ ਰੈਗੂਲਰ ਹੈ ਜਾਂ ਨਹੀਂ ਹੈ। ਜਦ ਮੈਂ ਚਿਪਸ ਲੈਣ ਗਿਆ ਉੱਥੋਂ, ਤਾਂ ਜਿਹੜਾ ਨਵਾਂ ਬੰਦਾ ਸੀ ਉਸਨੇ ਮੇਰਾ ਵੈਲਕਮ ਕੀਤਾ, ਹੈਲੋ ਹਾਏ ਹੋਈ, ਤੇ ਉਹਨੂੰ ਮੈਂ ਆਰਡਰ ਦੱਸਿਆ, ਭਾਈ ਆਹ ਚੀਜ਼ਾਂ ਚਾਹੀਦੀਆਂ, ਆਹ ਖਾਣਾ ਤੁਸੀਂ ਮੈਨੂੰ ਦੇ ਦਿਓ। ਤੇ ਜਦੋਂ ਨਾ ਉਹ ਚਿਪਸ ਇੱਦਾਂ, ਉਹ ਹੁੰਦਾ ਬੰਬੂ ਜਾਂ ਛੋਟਾ ਜਿਹਾ ਵਿੱਚ ਦਾ, ਜਦੋਂ ਵਿੱਚ ਮਾਰਦੇ ਚਿਪਸਾਂ ਦੇ ਵਿੱਚ ਪਾ ਕੇ ਤੁਹਾਨੂੰ ਉਹ ਟਰੇ ਦੇ ਵਿੱਚ ਜਾਂ ਪੇਪਰ ਤੇ ਪਾਉਂਦੇ ਆ, ਤਾਂ ਮੈਂ ਕੀ ਦੇਖਿਆ, ਉਹਦੇ ਹੱਥ ਤੇ ਨਾ ਸਾਰੇ ਪਾਸੇ ਉਹਦੇ ਸਕਿਨ ਪ੍ਰੋਬਲਮ ਸੀਗੀ। ਸਕਿਨ ਪ੍ਰੋਬਲਮ ਜਿਹਨੂੰ ਅਸੀਂ ਐਸਟਮਾ ਵੀ ਕਹਿ ਦਿੰਦੇ ਆ, ਹੈ ਨਾ, ਥੋੜਾ ਜਿਹਾ ਮਤਲਬ ਪਤਾ ਲੱਗਦਾ ਸੀ ਵੀ ਕਾਫੀ ਦੀ ਸਕਿਨ ਖਰਾਬ ਆ। ਤੇ ਮੈਨੂੰ ਦੇਖ ਕੇ ਸਕਿੰਟ 2 ਸਕਿੰਟ ਏਦਾਂ ਹੋਇਆ, ਮੈਂ ਕਿਹਾ ਯਾਰ ਮਨਾ, ਇਹ ਤਾਂ ਸਕਿਨ ਖਰਾਬ ਹੈ ਬੰਦੇ ਦੀ। ਇੱਕਦਮ ਮੇਰਾ ਮਨ ਪਿੱਛੇ ਨੂੰ ਹਟ ਗਿਆ ਵੀ ਯਾਰ ਮੈਂ ਆਰਡਰ ਕਰਾਂ ਕਿ ਨਾ ਕਰਾਂ, ਵੀ ਨਿਆਣਿਆਂ ਨੇ ਖਾਣਾ, ਮੈਂ ਵੀ ਖਾਣਾ। ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਮਾਲਕ ਦੇ ਵੱਲੋਂ ਵੀ ਯਾਰ ਇਹਨੇ ਫੜਿਆ ਤਾਂ ਉਹ ਸਟੀਲ ਦਾ ਹੀ ਆ, ਉਹਦੇ ਅੰਦਰਲੇ ਪਾਸੇ ਤਾਂ ਨਹੀਂ ਖਾਜ ਹੋਈ, ਉਹਦੇ ਅੰਦਰਲੇ ਪਾਸੇ ਤਾਂ ਨਹੀਂ ਉਹਦੀ ਸਕਿਨ ਖਰਾਬ ਹੈਗੀ, ਬਾਹਰਲੇ ਪਾਸੇ ਹੀ ਆ। ਪਰ ਉਹਨੇ ਫੜਿਆ ਤਾਂ
ਤਾਂ ਅੰਦਰੋਂ ਹੀ ਹੈ ਨਾ ਉਸ ਚੀਜ਼ ਨੂੰ, ਉਸ ਬੰਬੂ ਨੂੰ, ਉਸ ਛੋਟੇ ਜਿਹੇ ਖੁਰਪੇ ਨੂੰ। ਮਨ ਪੋਜ਼ਿਟਿਵ ਹੋ ਗਿਆ ਵੀ ਨਹੀਂ ਮਨਾ ਠੀਕ ਆ, ਨੋ ਪ੍ਰੋਬਲਮ, ਤੂੰ ਖਾ। ਮੈਂ ਕਰ ਗਿਆ, ਇੰਜੋਏ ਕੀਤਾ। ਮੈਂ ਦੱਸਿਆ ਨਹੀਂ ਕਿਸ ਨੂੰ। ਜੇ ਮੈਂ ਦੱਸਦਾ ਘਰ ਜਾ ਕੇ ਇੱਦਾਂ ਹੋਈ ਤਾਂ ਨਿਆਣਿਆਂ ਨੇ ਵੀ ਨਹੀਂ ਖਾਣੇ ਸੀ, ਨਾ ਨਿਆਣਿਆਂ ਦੀ ਮਾਂ ਨੇ ਖਾਣੇ ਸੀ, ਨਾ ਮੈਂ ਖਾਣੇ ਸੀ, ਜੇ ਮੈਂ ਵੀ ਇਹ ਸਮਝ ਲੈਂਦਾ ਯਾਰ ਸਕਿਨ ਖਰਾਬ ਆ। ਸੋ ਇਸ ਕਰਕੇ ਦੋਸਤੋ ਕਹਿਣ ਦਾ ਭਾਵ ਇਹ ਆ, ਅਸੀਂ ਥੋੜਾ ਜਦੋਂ ਨਿੱਕੀ ਜੀ ਮੇਰੀ ਗੱਲ ਦਿਮਾਗ 'ਚ ਆਈ ਵੀ ਤਾਂ ਸਕਿਨ ਖਰਾਬ ਆ, ਮੈਨੂੰ ਨਹੀਂ ਲੈਣੇ ਚਾਹੀਦੇ ਇਹਦੇ ਕੋਲੋਂ, ਕਿਤੇ ਬਿਮਾਰੀ ਨਾ ਲੱਗ ਜਾਏ, ਕਿਤੇ ਸਾਨੂੰ ਨਾ ਹੋ ਜਾਏ। ਪਰ ਫਿਰ ਉਸ ਨਿੱਕੀ ਜੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਜਦ ਸਮਝ ਆ ਗਈ ਫਿਰ ਮਨ ਪੋਜ਼ਿਟਿਵ ਹੋ ਗਿਆ। ਬਸ ਇੰਨੀਆਂ ਗੱਲਾਂ ਦੋਸਤੋ ਸਮਝਣ ਦੀ ਲੋੜ ਆ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਘਰ ਖਰਾਬ ਕਰ ਲੈਂਦੇ ਹਾਂ। ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਇੰਨੇ ਆਬਾਦ ਹੋ ਜਾਂਦੇ ਆ, ਸਾਨੂੰ ਪਤਾ ਨਹੀਂ ਲੱਗਦਾ। ਇੰਨੀ ਖੁਸ਼ੀ ਘਰ ਵਿੱਚ ਆ ਜਾਂਦੀ, ਅਸੀਂ ਕੀ ਕਰੀਏ, ਸੰਭਾਲੀ ਨਹੀਂ ਜਾਂਦੀ ਕਈ ਦਫਾ। ਆਓ ਆਪਣੇ ਪਿਆਰਿਆਂ ਨੂੰ, ਆਪਣੇ ਨਜ਼ਦੀਕੀਆਂ ਨੂੰ, ਆਪਣੇ ਦਿਲਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਮੈਨੂੰ ਸਮਝੋ, ਜਾਂ ਮੈਂ ਵੀ ਉਹਨਾਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕਰਾਂ ਕਿ ਮੈਂ ਤੁਹਾਨੂੰ ਸਮਝਾਂ। ਫਸਾਦ ਖੜੇ ਕਰਨ ਤੋਂ ਪਹਿਲਾਂ ਬੈਠ ਕੇ ਗੱਲਬਾਤ ਕਰੋ, ਸਮਝਾਓ, ਸਮਝੋ ਇੱਕ ਦੂਸਰੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਟਾਈਮ ਮੈਂ ਹੀ ਸਹੀ ਹੋਵਾਂ। ਹੋ ਸਕਦਾ ਜਿਸ the way you understanding, ਉਹਨਾਂ ਦਾ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਜਿੱਦਾਂ ਤੂੰ ਸਮਝਦਾ ਵੀ ਮੈਂ ਸਹੀ ਹਾਂ, ਹੋ ਸਕਦਾ ਤੂੰ ਸਹੀ ਨਾ ਹੋਵੇਂ। ਜਦ ਤੈਨੂੰ ਦੂਸਰੇ ਬੰਦੇ ਨੇ ਚੰਗੀ ਤਰ੍ਹਾਂ ਸਮਝਾਉਣਾ, ਭਾਈ ਤੂੰ ਸਹੀ ਨਹੀਂ ਹੈ, ਤੂੰ ਗਲਤ ਹੈ, ਇੱਥੇ ਸਹੀ ਇਸ ਤਰ੍ਹਾਂ ਆ, ਫਿਰ ਬੰਦੇ ਨੂੰ ਸਮਝ ਵੀ ਜਾਣਾ ਚਾਹੀਦਾ ਕਈ ਦਫਾ। ਇਹ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਬਹੁਤ ਸਿਆਣਾ ਹਰ ਟਾਈਮ, ਕਿ ਮੈਨੂੰ ਜ਼ਿਆਦਾ ਸਮਝ ਆ, ਮੈਨੂੰ ਜ਼ਿਆਦਾ ਨੌਲੇਜ ਆ, ਕਿ ਮੈਂ ਤਾਂ ਫੱਟੇ ਚੱਕ ਦੂੰ, ਪ੍ਰਵਾਹ ਨਹੀਂ ਕੋਈ। ਤਾਂ ਦੋਸਤੋ ਇੱਦਾਂ ਦੀਆਂ ਨਿੱਕੀ ਨਿੱਕੀ ਗੱਲਾਂ ਦੇ ਨਾਲ ਸਾਡਾ ਘਰ ਜਿਹੜਾ ਆ, ਸਾਡੇ ਘਰ, ਸਾਡੀ ਦੋਸਤੀ, ਸਾਡਾ ਪਿਆਰ, ਸਾਡੇ ਰਿਸ਼ਤੇਦਾਰੀ, ਉਹਨਾਂ ਦੇ ਵਿੱਚ ਸੰਬੰਧ ਸਾਰੇ ਖਤਮ ਹੋ ਜਾਂਦੇ ਨੇ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਪਹਿਲਾਂ ਲੜਨ ਤੋਂ, ਪਹਿਲਾਂ ਮੂੰਹ ਵੱਟਣ ਤੋਂ, ਪਹਿਲਾਂ ਤੂੰ ਮੈਂ ਕਰਨ ਤੋਂ ਇਹ ਸਮਝ ਲਈਏ ਕਿ ਕਿਤੇ ਮੈਂ ਹੀ ਤਾਂ ਨਹੀਂ ਗਲਤ ਹਾਂ, ਕਿਤੇ ਮੈਂ ਹੀ ਤਾਂ ਨਹੀਂ ਇਸ ਲੜਾਈ ਦਾ ਕਾਰਨ ਬਣਿਆ ਹੋਇਆ। ਸਮਝਣ ਦੀ ਲੋੜ ਹੈ। ਸਮਝਾਂਗੇ ਤੇ ਜਾਂਦੇ ਜਾਂਦੇ ਉਹ ਗੱਲ ਆਪ ਜੀ ਨਾਲ ਸਾਂਝੀ ਕਰ ਜਾਵਾਂ, ਜਿਹੜੀ ਗੁਰਬਾਣੀ ਦੀ ਗੱਲ ਕੀਤੀ ਸੀ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇਸ ਸ਼ਲੋਕ ਨੂੰ, ਇਸ ਲਾਈਨ ਨੂੰ ਵਰਕਆਊਟ ਕਰੀਏ ਕਿ ਲੱਖ ਖੁਸ਼ੀਆਂ, ਇਹ ਪਰਮਾਤਮਾ ਸਾਨੂੰ ਲੱਖਾਂ, ਕਰੋੜਾਂ, ਮਿਲੀਅਨ, ਬਿਲੀਅਨ, ਟ੍ਰਿਲੀਅਨ ਖੁਸ਼ੀਆਂ ਦੇਣ ਨੂੰ ਤਿਆਰ ਆ। ਪਰ ਕੁਐਸਚਨ ਨਾਲੇ ਲਾਤਾ, ਜੇ ਸਤਿਗੁਰ ਨਦਰ ਕਰੇ। ਕਹਿਣ ਦਾ ਭਾਵ ਇਹ ਆ ਵੀ ਜੇ ਸਾਡੇ ਤੇ ਸਤਿਗੁਰ ਨਦਰ ਕਰੇ, ਜੇ ਸਾਨੂੰ ਮੰਤਰ, ਪਰਮਾਤਮਾ ਦਾ ਮੰਤਰ, ਪਰਮਾਤਮਾ ਨੂੰ ਦੱਸਣ ਵਾਲਾ ਮੰਤਰ ਜੇ ਸਤਿਗੁਰ ਤੋਂ ਮਿਲ ਜਾਏ, ਜੇ ਸੋਝੀ ਸਮਝ ਮਿਲ ਜਾਏ, ਜੇ ਵਿਧੀ ਮਿਲ ਜਾਏ, ਜੇ ਤਰੀਕਾ ਮਿਲ ਜਾਏ ਸਾਨੂੰ, ਤੇ ਇਹ ਜ਼ਿੰਦਗੀ ਜਿਹੜੀ ਹੈ ਇਹ ਲੱਖਾਂ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਏਗੀ। ਪਰ ਦੋਸਤੋ ਜਿੰਨੀਆਂ ਵੀ ਬਾਣੀਆਂ ਅਸੀਂ ਪੜ੍ਹਦੇ ਹਾਂ, ਜਿੰਨੇ ਵੀ ਸਕ੍ਰਿਪਚਰਸ ਪੜ੍ਹਦੇ ਹਾਂ ਅਸੀਂ, ਇਹ ਜ਼ਰੂਰੀ ਨਹੀਂ ਕਿ ਉਹ ਸਿੱਖਾਂ ਦੇ ਨੇ, ਜਾਂ ਹਿੰਦੂਆਂ ਦੇ ਨੇ, ਜਾਂ ਮੁਸਲਮਾਨ ਭਾਈਆਂ ਦੇ ਨੇ, ਜਾਂ ਈਸਾਈਆਂ ਦੇ ਨੇ। ਇਹ ਸਭ ਦੇ ਨੇ, ਕੋਈ ਵੀ ਇਹਨਾਂ ਨੂੰ ਪੜ੍ਹ ਸਕਦਾ। ਇਹਦੇ ਵਿੱਚ ਸਰੀਰ ਦਾ ਕੋਈ ਸੰਬੰਧ ਨਹੀਂ। ਵੇਚਣ ਵਾਲਾ ਸਬਜ਼ੀ ਵੇਚ ਰਿਹਾ, ਉਹ ਗੰਜਾ ਵੀ ਹੋ ਸਕਦਾ ਮੇਰੇ ਵਾਂਗੂ, ਉਹ ਪਗੜੀ ਵੀ ਪਹਿਨ ਸਕਦਾ, ਉਹ ਟੋਪੀ ਵੀ ਲਈ ਹੋ ਸਕਦੀ ਹੈ, ਉਹਦੇ ਲੰਬੇ ਲੰਬੇ ਵਾਲ ਵੀ ਹੋ ਸਕਦੇ ਨੇ। ਪਰ ਮਸਲਾ ਸਾਡੇ ਉਹਦੇ ਸਰੀਰ ਨਾਲ ਥੋੜ੍ਹੀ ਆ, ਮਸਲਾ ਉਹਦੇ ਕੱਪੜਿਆਂ ਨਾਲ ਥੋੜ੍ਹੀ ਆ। ਮਸਲਾ ਤਾਂ ਇਹ ਵੀ ਸਾਨੂੰ ਉਹ ਦੇ ਕੀ ਰਿਹਾ ਆ। ਕਿਤੇ ਇਹ ਤਾਂ ਨਹੀਂ ਸਾਨੂੰ ਵੀ ਗੰਦੀ ਸਬਜ਼ੀ ਦੇ ਰਿਹਾ, ਅਸੀਂ ਲੈਣਾ ਹੈ, ਅਸੀਂ ਪੈਸੇ ਦੇਣੇ ਆ। ਮੂਰਖਤਾ ਅਸੀਂ ਹੈ ਨਹੀਂ, ਸਾਨੂੰ ਪਤਾ ਆ ਵੀ ਸਬਜ਼ੀ ਕਿਹੜੀ ਚੰਗੀ। ਹੁਣ ਤੁਸੀਂ ਇਕੱਠੇ ਲੈਣ ਚੱਲ ਜਾਓ, ਅਦਰਕ ਲੈਣ ਚੱਲ ਜਾਓ, ਕਿ ਦਫਾ ਤੁਸੀਂ ਆਪਣੀਆਂ ਬੁੜੀਆਂ ਨਾਲ, ਆਪਣੇ ਘਰ ਵਾਲੀਆਂ ਨਾਲ ਜਾਂਦੇ ਆ, ਮਾਵਾਂ ਭੈਣਾਂ ਨਾਲ ਜਾਂਦੇ ਆ। ਉਹ ਭੈਣਾਂ ਕੀ ਕਰਦੀਆਂ, ਗੱਠੇ ਚੁਗਦੀਆਂ ਵਿੱਚੋਂ, ਅਦਰਕ ਪਰੇ ਕਰਦੀਆਂ, ਆਹ ਨਹੀਂ ਠੀਕ, ਆਹ ਠੀਕ ਆ। ਸੰਤਰੇ ਚੁਗਦੀਆਂ, ਸਾਨੂੰ ਪਤਾ ਅਸੀਂ ਕੀ ਚੁਗਣਾ ਆ, ਸਾਨੂੰ ਸੋਝੀ, ਸਾਨੂੰ ਚੇਤਨਾ ਦਿੱਤੀ ਆ ਮਾਲਕ ਨੇ। ਇਸ ਕਰਕੇ ਆਓ, ਚਾਹੇ ਨਿਰੰਕਾਰੀ ਮਿਸ਼ਨ ਆ, ਚਾਹੇ ਸਿੱਖੀਜ਼ਮ ਆ, ਚਾਹੇ ਈਸਾਈ ਆ, ਚਾਹੇ ਇਸਲਾਮ ਆ, ਚਾਹੇ ਕੁਝ ਵੀ ਆ, ਇੱਥੇ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਇਹਦੇ ਮਗਰ ਲੱਗੋ।
ਚੁਣਨਾ ਤੁਸੀਂ ਆ, ਤੁਹਾਨੂੰ ਕਿੱਥੋਂ ਕਿਹੜੀ ਚੀਜ਼ ਚੰਗੀ ਵਧੀਆ ਪਿਓਰ ਮਿਲਦੀ ਆ, ਬਸ ਇਹ ਅਸੀਂ ਵਰਕਆਊਟ ਕਰਨਾ। ਆਓ ਭੁੱਲਾਂ ਦੀ ਖਿਮਾ, ਅੱਗੇ ਤੋਂ ਸੋਹਣੀ ਸਵੱਛ ਬਾਣੀ ਪੜ੍ਹਨ ਦੀ, ਸਮਝਣ ਦੀ, ਦੇਖਣ ਦੀ, ਬੋਲਣ ਦੀ ਜਾਚ ਬਖਸ਼ਣਾ ਜੀ। ਤੇ ਆਪ ਜੀ ਦਾ ਬੱਚਾ ਹਾਂ, ਭਰਾ ਹਾਂ, ਦੋਸਤ ਹਾਂ, ਗਲਤੀਆਂ ਦਾ ਪੁਤਲਾ ਹਾਂ, ਹਰ ਵਕਤ ਗਲਤੀ ਕਰ ਜਾਂਦਾ ਤੇ ਬੱਚਾ ਸਮਝ ਕੇ ਮਾਫ ਕਰਿਓ ਜੀ। ਥੈਂਕ ਯੂ।